ਸੋ ਆਓ ਮਨੇ ਬਿਰਤੀਆਂ ਇਕਾਗਰ ਚਿਤ ਕਰਦੇ ਹੋਏ ਵਿਚਾਰ ਨੂੰ ਆਰੰਭ ਕਰੀਏ। ਬੇਨਤੀ ਹੈ ਦੋਨੇ ਹੱਥ ਜੋੜ ਕੇ ਸੀਸ ਝੁਕਾਉਂਦੇ ਹੋਏ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਿਨ ਕੈ ਘੋੜੇ ਗੈਲ ਲਖ, ਤੋਪਨ ਕਈ ਹਜ਼ਾਰ। ਖਾਲਸਾ ਜੀ ਮਰੀ ਕਪਤਾਨ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਜੀ ਉਹਨਾਂ ਨੂੰ ਪੁੱਛਦਾ ਹੈ ਕਿ ਮੈਨੂੰ ਇਹ ਦੱਸ, ਇਹਨਾਂ ਖਾਲਸਿਆਂ ਨੇ ਉਹਨਾਂ ਹਾਕਮਾਂ ਨੂੰ, ਉਹਨਾਂ ਬਾਦਸ਼ਾਹਾਂ ਨੂੰ, ਉਹਨਾਂ ਸਰਕਾਰਾਂ ਨੂੰ ਕਿਵੇਂ ਹਰਾਇਆ ਜਿਨ੍ਹਾਂ ਦੇ ਕੋਲ ਲੱਖਾਂ ਹੀ ਘੋੜਸਵਾਰ ਫੌਜਾਂ ਸਨ, ਜਿਨ੍ਹਾਂ ਕੋਲ ਹਥਿਆਰਾਂ ਦੀ ਕਮੀ ਨਹੀਂ, ਜਿਨ੍ਹਾਂ ਕੋਲ ਤੋਪਾਂ ਦੀ ਕਮੀ ਨਹੀਂ, ਜਿਨ੍ਹਾਂ ਕੋਲ ਫੌਜਾਂ ਦੀ ਕਮੀ ਨਹੀਂ। ਉਹਨਾਂ ਫੌਜਾਂ ਵਾਲਿਆਂ ਨੂੰ, ਤੋਪਾਂ ਵਾਲਿਆਂ ਨੂੰ ਖਾਲਸਾ ਕਿਵੇਂ ਹਰਾਉਂਦਾ ਹੈ। ਤਖਤ ਪਾਤਸ਼ਾਹੀ ਬਹਿ ਕਰਤ, ਤਿਨ ਦਾਸਨ ਦੀਨੇ ਗਾਰ। ਉਹ ਤਖਤਾਂ ਤੇ ਬੈਠ ਕਰਕੇ ਆਮ ਪ੍ਰਜਾ ਨੂੰ, ਆਮ ਲੋਕਾਈ ਨੂੰ ਦੁੱਖ ਦਿੰਦੇ ਸਨ, ਆਮ ਲੋਕਾਈ ਦਾ ਖੂਨ ਨਿਚੋੜ ਦਿੰਦੇ ਸੀ, ਆਮ ਲੋਕਾਈ ਦੇ ਉੱਤੇ ਜ਼ੁਲਮ ਕਰਦੇ ਸੀ, ਪ੍ਰਜਾ ਦੇ ਉੱਤੇ ਹਾਕਮ। ਪਰ ਇਹਨਾਂ ਮੁੱਠੀ ਭਰ ਗੁਰੂ ਕਿਆਂ ਸਿੰਘਾਂ ਨੇ ਉਹਨਾਂ ਦੇ ਜ਼ੁਲਮੀ ਰਾਜ ਨੂੰ ਮਲੀਆ ਮੇਟ ਕਿਵੇਂ ਕਰ ਦਿੱਤਾ, ਮੈਨੂੰ ਦੱਸਣਾ ਕਰ। ਭਾਂਗ ਨੁਗਦ ਲੈ ਨਾਮ ਸਿਰ, ਡਾਰੇ ਜਾਂ ਕੇ ਦਾਸ। ਤੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਗੁਰੂ ਖਾਲਸੇ ਪੰਥ ਦੀ ਜੋ ਪੁਰਾਤਨ ਮਰਿਆਦਾ ਦਾ ਹਵਾਲਾ ਦੇ ਕਰਕੇ ਕਹਿੰਦੇ ਨੇ ਕਿ ਗੁਰੂ ਕੇ ਖਾਲਸਿਆਂ ਦੇ ਕੋਲ ਭਾਵੇਂ ਸੰਸਾਰਕ ਪਦਾਰਥ ਬਹੁਤੇ ਨਹੀਂ, ਇਹ ਜੰਗਲਾਂ ਵਿੱਚ ਰਾਤਾਂ ਕੱਟਦੇ ਨੇ, ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਰਾਤਾਂ ਕੱਟਦੇ ਨੇ। ਭਾਵੇਂ ਛਕਣ ਵਾਸਤੇ ਇਹਨਾਂ ਕੋਲ ਬਹੁਤੇ ਪਦਾਰਥ ਤਾਂ ਨਹੀਂ, ਪਰ ਹਾਂ ਇਹਨਾਂ ਕੋਲ ਗੁਰੂ ਨਾਨਕ ਦੀ ਰਹਿਮਤ ਹੈ, ਗੁਰੂ ਨਾਨਕ ਦੀ ਕਿਰਪਾ ਹੈ। ਜਦੋਂ ਗੁਰੂ ਕੇ ਖਾਲਸੇ ਸ਼ਹੀਦੀ ਦੇਗਾਂ ਦੇ ਜਾਂ ਸ਼ਰਧਾਈਆਂ ਦੇ ਰਗੜੇ ਲਾਉਂਦੇ ਨੇ, ਤੇ ਰਗੜੇ ਲਾਉਣ ਤੋਂ ਬਾਅਦ ਜਦੋਂ ਨੁਗਦਾ ਬਚ ਜਾਂਦਾ ਹੈ ਤੇ ਕਹਿੰਦੇ ਨੁਗਦਾ ਹੱਥ ਦੇ ਵਿੱਚ ਪਕੜ ਕਰਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਜਾਪ ਕਰਦੇ ਹੋਏ, ਵਿਧੇ ਸਾਕੀਆ ਸਾਗਰੇ ਸਬਜ਼ ਰੰਗ ਕੇ ਮਾਰਾ ਬਕਾਰਸਤ ਦਰ ਵਕਤ ਜ਼ੰਗ, ਵਿਧੇ ਸਾਕੀਆ ਸਾਗਰੇ ਸਬਜ਼ ਗੂੰ ਕੇ ਮਾਰਾ ਬਕਾਰਸਤ ਜ਼ੰਗ ਅੰਦਰੂ, ਲਬਾ ਲਬ ਬਕੁੰਦਮ ਬਦਮ ਨੋਸ਼ਕੁਨ, ਗਮੇ ਹਰ ਦੋ ਆਲਮ ਫਰਾਮੋਸ਼ਕੁਨ। ਜਦੋਂ ਇਸ ਤਰ੍ਹਾਂ ਦਸਵੇਂ ਪਾਤਸ਼ਾਹ ਦੀ ਬਾਣੀ ਦਾ ਜਾਪ ਕਰਦੇ ਹੋਏ ਹੱਥ ਦੇ ਵਿੱਚ ਸ਼ਰਧਾਈਆਂ ਦੇ ਰਗੜੇ ਲਾਉਣ ਤੋਂ ਬਾਅਦ ਨੁਗਦਾ ਪਕੜਦੇ ਹਨ। ਰਹੇ ਨ ਅੜਨੈ ਜੋਗ ਬਹੁ, ਤੁਰਕ ਹੋਏ ਤਹਿਨਾਸ। ਤਾਂ ਕਹਿੰਦੇ ਜਿਹਦਾ ਨਾਮ ਲੈ ਕੇ ਅਰਦਾਸਾ ਸੋਧ ਕਰਕੇ ਨੁਗਦਾ ਜਿਹਦਾ ਨਾਮ ਲੈ ਕੇ ਹਵਾ ਦੇ ਵਿੱਚ, ਆਕਾਸ਼ ਦੇ ਵਿੱਚ ਸੱਟਦੇ ਨੇ, ਕਹਿੰਦੇ ਕੇਵਲ ਸ਼ਰਧਾਈਆਂ ਦਾ ਨੁਗਦਾ ਆਕਾਸ਼ ਵਿੱਚ ਨਹੀਂ ਸੱਟਦੇ, ਬਲਕਿ ਜ਼ੁਲਮੀ ਰਾਜਿਆਂ ਦਾ ਕਾਲ ਮੰਡਰਾ ਕੇ ਹਵਾ ਦੇ ਵਿੱਚ ਉੱਡਣ ਲੱਗ ਜਾਂਦਾ ਹੈ। ਖਾਲਸਾ ਜੀ ਅੱਜ ਵੀ ਇਹ ਮਰਿਆਦਾ ਹੈ ਗੁਰੂ ਕੇ ਖਾਲਸੇ ਪੰਥ ਦੇ ਵਿੱਚ ਪੁਰਾਤਨ, ਕਿ ਸ਼ਰਧਾਈਆਂ ਦੇ ਰਗੜੇ ਲਾਉਣ ਤੋਂ ਬਾਅਦ ਜੋ ਨੁਗਦਾ ਹੁੰਦਾ ਹੈ, ਉਹ ਨੁਗਦਾ ਫਿਰ ਅਰਦਾਸ ਕਰਕੇ ਤੇ ਆਕਾਸ਼ ਦੇ ਵਿੱਚ ਗੁਰੂ ਕੇ ਖਾਲਸੇ ਨੁਗਦੇ ਦਾ ਸ਼ਲੋਕ ਪੜ੍ਹ ਕੇ ਫਿਰ ਉਹਨੂੰ ਆਕਾਸ਼ ਦੇ ਵੱਲ ਸੱਟਦੇ ਨੇ। ਦਿੱਲੀ ਬਾਰਡਰ ਤੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਉੱਥੇ ਜਦੋਂ ਅੰਦੋਲਨ ਸ਼ੁਰੂ ਹੋਇਆ ਤੇ ਗੁਰੂ ਕਿਆਂ ਖਾਲਸਿਆਂ ਨੇ ਰਗੜੇ ਲਾ ਕੇ ਦਿੱਲੀ ਦੇ ਵੱਲ, ਤਖਤ ਵੱਲ ਮੂੰਹ ਕਰਕੇ, ਦਿੱਲੀ ਦੇ ਤਖਤ ਵੱਲ ਮੂੰਹ ਕਰਕੇ ਨੁਗਦੇ ਸੁੱਟਨੇ, ਤੇ ਉੱਥੋਂ ਦੇ ਮੀਡੀਆ ਨੇ ਕਹਿਣਾ ਕਿ ਇਹ ਲੱਗਦਾ ਬੰਬ ਸੱਟਦੇ ਨੇ। ਇਹ ਬੰਬ ਨਹੀਂ, ਇਹ ਤੇ ਖਾਲਸਾ ਜੀ ਜ਼ੁਲਮੀ ਹਾਕਮਾਂ ਦਾ ਕਾਲ ਗੁਰੂ ਕਾ ਖਾਲਸਾ ਸੱਟਦਾ ਸੀ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਜਿਹਦੇ ਵੱਲ ਮੂੰਹ ਕਰਕੇ, ਜਿਸ ਜ਼ੁਲਮੀ ਰਾਜੇ ਦਾ ਨਾਮ ਲੈ ਕਰਕੇ ਗੁਰੂ ਕੇ ਨਿਹੰਗ ਸਿੰਘ ਇੱਕ ਦਿਨ ਨੁਗਦਾ ਸੱਟ ਦੇਣ, ਕਹਿੰਦੇ ਉਹਦਾ ਰਾਜ ਮਲੀਆ ਮੇਟ ਕਰ ਦਿੰਦੇ ਨੇ। ਕਬਿਤ ਬੱਤੀ ਮਾਂ ਮਰੀ ਨ ਪਿਆਰੇ ਬਚ ਹਮ, ਸਿਉ ਉਚਾਰੇ ਤਬ। ਕਹਿੰਦੇ ਨੇ ਗੁਰੂ ਕੇ ਖਾਲਸਾ ਦੀ ਮਰਿਆਦਾ ਸੁਣਨ ਤੋਂ ਬਾਅਦ ਮਰੀ ਕਪਤਾਨ ਬੜੇ ਪਿਆਰ ਦੇ ਵਿੱਚ ਭਾਈ ਰਤਨ ਸਿੰਘ ਭੰਗੂ ਜੀ ਨੂੰ ਬਚਨ ਕਰਨ ਲੱਗਾ। ਨਾਨਕ ਜੀ ਪਾਈ ਜਿਮ ਸ਼ਾਹੀ,
ਕਹੋ ਸੋ ਟਬ। ਕਹਿਣ ਲੱਗਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੀਆਂ ਤੁਸੀਂ ਗੱਲਾਂ ਕਰਦੇ ਹੋ, ਮੈਨੂੰ ਦੱਸੋ ਕਿ ਬਾਬੇ ਨਾਨਕ ਨੇ, ਗੁਰੂ ਨਾਨਕ ਸਾਹਿਬ ਨੇ ਪਾਤਸ਼ਾਹੀ ਕਿੱਥੋਂ ਪਾਈ ਹੈ, ਮੈਨੂੰ ਉਹ ਦੱਸਣਾ ਕਰ। ਹਮ ਉਸੇ ਯੋਂ ਸੁਨਾਈ, ਸੁਨੋ ਸੰਤ ਮਤ ਭਾਈ। ਭਾਈ ਰਤਨ ਸਿੰਘ ਭੰਗੂ ਕਹਿੰਦੇ, ਸੰਤ ਜਨੋ ਐ ਗੁਰੂ ਕਿਉ ਸਿੱਖੋ, ਮੈਂ ਗੁਰੂ ਨਾਨਕ ਸਾਹਿਬ ਦੀ ਪਾਤਸ਼ਾਹੀ ਬਾਰੇ ਕਿਸ ਤਰ੍ਹਾਂ ਬ੍ਰਿਟਿਸ਼ ਸਰਕਾਰ ਨੂੰ ਦੱਸਿਆ, ਸੁਣਨਾ ਕਰੂ। ਸੁਣ ਕੇ ਬੁਲਾਏ ਸਮਝਾਏ, ਕਹੀ ਨਿਜ ਰੱਬ। ਕਹਿਣ ਲੱਗੇ, ਮੈਂ ਕਿਹਾ ਉਸ ਮਰੀ ਕਪਤਾਨ ਨੂੰ, ਬ੍ਰਿਟਿਸ਼ ਸਰਕਾਰ ਦੇ ਕਪਤਾਨ ਨੂੰ, ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਈ ਆਮ ਇਨਸਾਨ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਖੁਦ ਖੁਦਾ ਸੰਸਾਰ ਦੇ ਤਖਤੇ ਤੇ ਆਇਆ। ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਰੱਬ ਖੁਦ ਸੰਸਾਰ ਦੇ ਤਖਤੇ ਤੇ ਪ੍ਰਗਟ ਹੋਇਆ। ਰਾਜਾ ਕਰ ਕਿਹਾ ਮੋਰ, ਓਏ ਕਿਮ ਪੂਜੇ ਜੋਰ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ ਰੱਬ ਨੇ ਪ੍ਰਗਟ ਹੋ ਕਰਕੇ ਆਪਣੀ ਪਾਤਸ਼ਾਹੀ ਨੂੰ ਵੀ ਆਪ ਹੀ ਪ੍ਰਗਟ ਕੀਤਾ। ਖਾਲਸਾ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਾਤਸ਼ਾਹੀ ਕਿਸੇ ਸੰਸਾਰ ਦੇ ਬਾਦਸ਼ਾਹ ਨੇ ਨਹੀਂ ਦਿੱਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਗੁਰੂ ਸੰਸਾਰ ਦੇ ਬੰਦਿਆਂ ਨੇ ਨਹੀਂ ਬਣਾਇਆ, ਬਲਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਉਦੋਂ ਤੋਂ ਰੱਬ ਨੇ, ਜਦੋਂ ਦੁਨੀਆ ਦੀ ਹੋਂਦ ਨਹੀਂ ਸੀ, ਜਦੋਂ ਬੰਦੇ ਦੀ ਹੋਂਦ ਨਹੀਂ ਸੀ, ਜਦੋਂ ਅਰਬਦ ਨਰਬਦ ਧੁੰਦੂਕਾਰਾ ਸੀ, ਜਦੋਂ ਕੁਝ ਵੀ ਨਹੀਂ ਸੀ, ਕਹਿਣ ਲੱਗੇ ਉਦੋਂ ਵੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸ਼ਕਤੀ ਮੌਜੂਦ ਸੀ। ਜਦੋਂ ਸ੍ਰਿਸ਼ਟੀ ਹੋਂਦ ਵਿੱਚ ਆਈ, ਉਦੋਂ ਵੀ ਪਰਮਾਤਮਾ ਦੀ ਸ਼ਕਤੀ ਮੌਜੂਦ ਹੈ, ਪ੍ਰਗਟ ਹੈ। ਤੇ ਕਹਿੰਦੇ ਜਦੋਂ ਸ੍ਰਿਸ਼ਟੀ ਖਤਮ ਵੀ ਹੋ ਜਾਵੇਗੀ ਤੇ ਸੱਚ ਜਾਣਿਓ ਰੱਬ ਦੀ ਤਾਕਤ ਉਦੋਂ ਵੀ ਨਹੀਂ ਮੁੱਕਣੀ, ਕਿਉਂਕਿ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਕਹਿੰਦੇ ਕੁਝ ਵੀ ਨਾ ਹੋਵੇ, ਸੰਸਾਰ ਖਤਮ ਹੋ ਜਾਵੇ, ਸੰਸਾਰ ਦੀਆਂ ਤਾਕਤਾਂ ਖਤਮ ਹੋ ਜਾਣ, ਪਰ ਉਦੋਂ ਵੀ ਇੱਕ ਤਾਕਤ ਕਾਇਮ ਰਹੇਗੀ, ਗੁਰੂ ਨਾਨਕ ਸਾਹਿਬ ਦੀ ਤਾਕਤ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਤਾਕਤ ਕਾਇਮ ਰਹੇਗੀ। ਅੰਗ ਸੋ ਲਗਾਏ ਕਹੀਂ ਜਾਵੀਏ ਜ਼ਰੂਰ ਅਬ। ਕਹਿਣ ਲੱਗੇ ਇੱਕ ਖੇਡ ਬਣਾਈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਪਰਮਾਤਮਾ ਖੁਦ ਸੰਸਾਰ ਦੇ ਤਖਤੇ ਤੇ ਪ੍ਰਗਟ ਹੋਇਆ। ਪਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਇਹ ਬਖਸ਼ਿਸ਼ ਹੈ, ਇਹ ਰਹਿਮਤ ਹੈ ਕਿ ਜਿਨ੍ਹਾਂ ਗੁਰੂ ਨਾਨਕ ਸਾਹਿਬ ਦੇ ਅੰਗਾਂ ਨੂੰ ਛੂਹਿਆ, ਜਿਨ੍ਹਾਂ ਗੁਰੂ ਨਾਨਕ ਸਾਹਿਬ ਦੇ ਚਰਨ ਪਰਸੇ, ਖਾਲਸਾ ਜੀ ਉਹ ਵੀ ਸੰਸਾਰ ਦਾ ਬਾਦਸ਼ਾਹ ਬਣ ਗਿਆ। ਇਹ ਸੱਚ ਹੈ। ਭਾਈ ਲਹਿਣਾ ਜੀ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅੰਗ ਨੂੰ ਛੂੰਹਦੇ ਨੇ ਤੇ ਗੁਰੂ ਅੰਗਦ ਸਾਹਿਬ ਹੋ ਜਾਂਦੇ ਨੇ। ਖਾਲਸਾ ਜੀ, ਮੈਂ ਅਕਸਰ ਬੇਨਤੀ ਕਰਦਾ, ਇਸੇ ਕਰਕੇ ਮੰਗਣਾ ਗੁਰੂ ਨਾਨਕ ਤੋਂ ਚਾਹੀਦਾ ਹੈ, ਰੱਬ ਤੋਂ ਮੰਗਣਾ ਚਾਹੀਦਾ ਹੈ, ਕਿਉਂਕਿ ਜਿਹੜਾ ਗੁਰੂ ਨਾਨਕ ਤੋਂ ਮੰਗਦਾ ਹੈ, ਗੁਰੂ ਨਾਨਕ ਦਾ ਮੰਗਤਾ ਬਣ ਜਾਂਦਾ ਹੈ। ਗੁਰੂ ਨਾਨਕ ਦੁਨੀਆ ਦਾ ਮੰਗਤਾ ਨਹੀਂ ਬਣਨ ਦਿੰਦਾ, ਦੁਨੀਆ ਦਾ ਬਾਦਸ਼ਾਹ ਬਣਾ ਦਿੰਦਾ। ਜੇ ਲੋਕਾਂ ਤੋਂ ਮੰਗਾਂਗੇ, ਦੁਨੀਆ ਤੋਂ ਮੰਗਾਂਗੇ ਤੇ ਮੰਗਤੇ ਕਹਿਲਾਵਾਂਗੇ, ਪਰ ਜੇ ਗੁਰੂ ਨਾਨਕ ਤੋਂ ਮੰਗਾਂਗੇ, ਮੰਗਤੇ ਨਹੀਂ, ਦੁਨੀਆ ਦੇ ਬਾਦਸ਼ਾਹ ਕਹਿਲਾਵਾਂਗੇ। ਨਾਨਕ ਪਾਤਸ਼ਾਹੀ ਪਾਤਸ਼ਾਹੋ, ਜਿਨ੍ਹਾਂ ਦੇ ਕੋਲ ਗੁਰੂ ਨਾਨਕ ਦੀ ਸਿਫਤ ਹੈ, ਵਾਹਿਗੁਰੂ ਗੁਰਮੰਤਰ ਹੈ, ਉਹ ਦੁਨੀਆ ਦੇ ਮੰਗਤੇ ਨਹੀਂ ਹੁੰਦੇ, ਉਹ ਦੁਨੀਆ ਦੇ ਬਾਦਸ਼ਾਹ ਹੋ ਜਾਂਦੇ ਨੇ। ਨਾਨਕ ਕਹਾਵੋ ਨਾਮ ਬੇਦੀ, ਕੁਲ ਪਾਵੋ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ ਰੱਬ ਨੇ ਪ੍ਰਗਟ ਹੋ ਕਰਕੇ ਆਪਣੇ ਆਪ ਨੂੰ ਨਾਨਕ ਸਦਵਾਇਆ। ਪਰਮਾਤਮਾ ਨੇ ਆਪ ਹੀ ਆਪਣਾ ਨਾਮ ਨਾਨਕ ਰੱਖਿਆ ਤੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਵਿੱਚ ਵੀ ਇਹ ਬਰਕਤ ਹੈ, ਇਹ ਤਾਕਤ ਹੈ। ਖਾਲਸਾ ਜੀ, ਸੰਸਾਰ ਦੇ ਵਿੱਚ, ਜੀਵਨ ਦੇ ਵਿੱਚ ਕੋਈ ਮੁਸ਼ਕਲਾਂ ਭਰਾ ਸਮਾਂ ਆ ਜਾਵੇ, ਇੱਕ ਵਾਰ ਕੋਈ ਰਸਨਾ ਤੋਂ ਧੰਨ ਗੁਰੂ ਨਾਨਕ ਕਹਿ ਦਵੇ, ਗੁਰੂ ਨਾਨਕ ਸਾਹਿਬ ਇੱਕ ਖਿੰਨ ਨਹੀਂ ਲਾਉਂਦੇ, ਜੀਵਨ ਦੇ ਵਿੱਚੋਂ ਸਾਰੀ ਵਿਪਤਾ ਸਾੜ ਕੇ ਸਵਾਹ ਕਰ ਦਿੰਦੇ ਨੇ। ਗੁਰੂ ਨਾਨਕ ਸਾਹਿਬ ਦੇ ਨਾਮ ਦੇ ਵਿੱਚ ਇਹ ਤਾਕਤ ਹੈ।
ਸੋ ਬੇਦੀਆਂ ਦੀ ਕੁਲ ਦੇ ਵਿੱਚ ਪਰਮਾਤਮਾ ਨੇ ਪ੍ਰਗਟ ਹੋ ਕਰਕੇ ਆਪਣੇ ਆਪ ਨੂੰ ਨਾਨਕ ਸਦਵਾਇਆ, ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਪ੍ਰਗਟ ਹੋਏ। ਰਾਖੋ ਜੋਈ ਆਵੇ ਸ਼ਰਨ, ਦੁਸ਼ਟਨ ਕੋ ਗਾਰੋ ਦਬ। ਭਾਈ ਰਤਨ ਸਿੰਘ ਭੰਗੂ ਕਹਿੰਦੇ ਗੁਰੂ ਨਾਨਕ ਦੀ ਵਡਿਆਈ ਹੈ, ਗੁਰੂ ਨਾਨਕ ਦੇ ਚਰਨਾਂ ਦੀ ਇਹ ਅਜ਼ਮਤ ਹੈ ਕਿ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਸ਼ਰਨ ਦੇ ਵਿੱਚ ਆ ਜਾਂਦਾ ਹੈ, ਨਿਮਾਣਾ ਹੋ ਕਰਕੇ, ਬਾਬਾ ਨਾਨਕ ਉਹਨੂੰ ਸਾਰੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਦਾ ਖਜ਼ਾਨਾ ਦੇ ਦਿੰਦਾ ਹੈ। ਪਰ ਜਿਹੜਾ ਗੁਰੂ ਨਾਨਕ ਸਾਹਿਬ ਦੇ ਦਰ ਤੇ ਮੱਥਾ ਲਾਣ ਆ ਜਾਂਦਾ ਹੈ, ਖਾਲਸਾ ਜੀ ਉਹ ਢਹਿ ਢੇਰੀ ਹੋ ਜਾਂਦਾ ਹੈ, ਭਸਮ ਹੋ ਜਾਂਦਾ ਹੈ, ਸੜ ਕੇ ਸਵਾਹ ਹੋ ਜਾਂਦਾ ਹੈ। ਇਹ ਕਾਰਨ ਹੈ, ਜੇ ਖਾਲਸਾ ਜੀ ਕੋਡਾ ਰਾਖਸ਼ ਮੱਥਾ ਲਾਉਂਦਾ ਹੈ ਤੇ ਫਿਰ ਕੋਡਾ ਰਾਖਸ਼ ਕੋਡਾ ਰਾਖਸ਼ ਰਹਿੰਦਾ ਹੀ ਨਹੀਂ। ਇਹ ਦਰ ਬੜਾ ਵੱਡਾ ਹੈ, ਇਸੇ ਕਰਕੇ ਕਿਹਾ ਨੀਵੈ ਸੋ ਗੌਰਾ ਹੋਏ। ਜਿਹੜਾ ਇਸ ਦਰ ਤੇ ਉੱਤੇ ਆ ਕੇ ਨੀਵਾਂ ਹੋ ਜਾਂਦਾ ਹੈ, ਨਿਮਾਣਾ ਹੋ ਜਾਂਦਾ ਹੈ, ਇਸ ਦਰ ਤੇ ਨੀਵੇਂ ਹੋਇਆ ਗੁਰੂ ਨਾਨਕ ਸਾਹਿਬ ਬਹੁਤ ਉੱਚਾ ਕਰ ਦਿੰਦੇ ਨੇ, ਬਹੁਤ ਵੱਡਾ ਮਾਣ ਦੇ ਦਿੰਦੇ ਨੇ। ਸੋ ਜਿਹੜਾ ਤੇ ਗੁਰੂ ਨਾਨਕ ਸਾਹਿਬ ਦੇ ਸ਼ਰਨੀ ਆਉਂਦਾ ਹੈ ਉਹ ਤਰ ਜਾਂਦਾ ਹੈ, ਤੇ ਜਿਹੜਾ ਬਾਬੇ ਨਾਲ ਮੱਥਾ ਲਾਉਂਦਾ ਉਹ ਮਰ ਜਾਂਦਾ ਹੈ। ਚੌਪਈ ਮਰੀ ਕਹੇ ਹਮ ਸੁਨਾਵੋ ਸੁਬੱਬਾ। ਹੁਣ ਮਰੀ ਕਪਤਾਨ ਨੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਸੁਣੀ ਤੇ ਪਿਆਰ ਪੈ ਗਿਆ ਬਾਬੇ ਨਾਲ। ਖਾਲਸਾ ਜੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਸੁਣ ਕੇ ਪਿਆਰ ਪੈ ਗਿਆ। ਭਾਈ ਰਤਨ ਸਿੰਘ ਜੀ ਨੂੰ ਕਹਿਣ ਲੱਗਾ ਮੈਨੂੰ ਸਾਰਾ ਸਬੱਬ ਸੁਣਾ। ਨਾਨਕ ਰਾਜ ਕਿਮ ਭਿਓ ਥੋ ਰੱਬਾ। ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਰਾਜ ਕਾਇਮ ਹੋਇਆ। ਜਿਮ ਉਸ ਕੇ ਹਮ ਉਤਰ ਦੀਨੋ। ਤਾਂ ਕਿਸ ਤਰ੍ਹਾਂ ਭਾਈ ਰਤਨ ਸਿੰਘ ਭੰਗੂ ਉੱਤਰ ਦਿੰਦੇ ਹਨ। ਤੇ ਮੈਂ ਸੁਨੋ ਤੁਮ ਸੰਤ ਪ੍ਰਬੀਨੋ। ਭਾਈ ਸਾਹਿਬ ਕਹਿੰਦੇ ਤੁਸੀਂ ਵੀ ਧਿਆਨ ਨਾਲ ਸੁਣਨਾ ਕਰੋ। ਕਲ ਯੁਗ ਮੈਂ ਬੜ ਪਰ ਗਏ ਉਚਾਦੰਦ। ਭਾਈ ਰਤਨ ਸਿੰਘ ਭੰਗੂ ਕਹਿੰਦੇ ਗੁਰੂ ਨਾਨਕ ਸਾਹਿਬ ਉਸ ਮੌਕੇ ਸੰਸਾਰ ਦੇ ਤਖਤੇ ਤੇ ਆਏ ਜਦੋਂ ਕਲਯੁਗ ਬਹੁਤ ਵੱਧ ਚੁੱਕਿਆ ਸੀਗਾ, ਜਦੋਂ ਕਲਯੁਗ ਜ਼ੋਰਾਂ ਤੇ ਸੀ, ਪਾਪ ਫੈਲ ਚੁੱਕਿਆ ਸੀ, ਜਦੋਂ ਰਿਸ਼ਤਿਆਂ ਦੀ ਆਪਸ ਦੇ ਵਿੱਚ ਮਿਠਾਸ ਖਤਮ ਹੋ ਚੁੱਕੀ ਸੀ, ਉਸ ਵਕਤ ਗੁਰੂ ਨਾਨਕ ਸਾਹਿਬ ਸੰਸਾਰ ਦੇ ਤਖਤੇ ਤੇ ਪ੍ਰਗਟ ਹੋਏ। ਵਧਿਓ ਕੁਧਰਮ ਧਰਮ ਭਇਓ ਮੰਦ। ਕਿਉਂਕਿ ਕੁਧਰਮ ਤੋਂ ਭਾਵ ਅਧਰਮ ਵੱਧ ਗਿਆ, ਧਰਮ ਘਟ ਗਿਆ। ਖਾਲਸਾ ਜੀ ਲੋਕ ਅਧਰਮੀ ਹੋ ਗਏ, ਧਰਮ ਦੀ ਮਰਿਆਦਾ ਨੂੰ ਛੱਡ ਗਏ। ਉਸ ਵਕਤ ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ। ਤੇ ਮੈਂ ਬੇਨਤੀ ਕਰਾਂ, ਗੁਰਬਾਣੀ ਦੇ ਵਿੱਚ, ਗੁਰ ਇਤਿਹਾਸ ਦੇ ਵਿੱਚ ਧਰਮ ਦਾ ਮਤਲਬ ਕੇਵਲ ਇਹ ਨਹੀਂ ਕਿ ਪਹਿਰਾਵੇ ਦੇ ਨਾਲ ਧਰਮੀ ਬਣਿਆ ਜਾਂਦਾ ਹੈ। ਧਰਮ ਦਾ ਮਤਲਬ ਕੇਵਲ ਇਹ ਵੀ ਨਹੀਂ ਕਿ ਰੋਜ਼ਾਨਾ ਧਾਰਮਿਕ ਅਸਥਾਨ ਤੇ ਜਾ ਕੇ ਕੇਵਲ ਸਿਜਦਾ ਕਰਕੇ ਤਾਂ ਹੀ ਧਰਮੀ ਬਣਿਆ ਜਾਂਦਾ ਹੈ। ਜਦੋਂ ਤੱਕ ਧਰਮ ਦੇ ਗੁਣ ਅੰਦਰ ਧਾਰਨ ਨਹੀਂ ਕਰਦੇ ਉਦੋਂ ਤੱਕ ਧਰਮੀ ਨਹੀਂ ਬਣਿਆ ਜਾਂਦਾ। ਊਤਮ ਸੰਗਤ ਊਤਮ ਹੋਵੇ, ਗੁਣ ਕੋ ਧਾਵੈ ਅਵਗੁਣ ਧੋਵੈ। ਸੋ ਧਰਮੀ ਉਹ ਹੈ ਜਿਨੇ ਧਰਮ ਦੇ ਗੁਣਾਂ ਨੂੰ ਅੰਦਰ ਧਾਰਨ ਕੀਤਾ ਹੈ। ਸਿੱਖ ਉਹ ਹੈ ਜਿਨੇ ਸਿੱਖੀ ਦੇ ਗੁਣਾਂ ਨੂੰ ਧਾਰਨ ਕੀਤਾ ਹੈ, ਜਿਹੜਾ ਕਿਸੇ ਦੇ ਨਾਲ ਫਿੱਕਾ ਨਹੀਂ ਬੋਲਦਾ। ਇੱਕ ਫਿੱਕਾ ਨਾ ਗਲਾਏ ਸਭਨਾ ਮੇ ਸੱਚਾ ਸੋ ਧਨੀ। ਜਿਹਦੇ ਅੰਦਰ ਦਇਆ ਹੈ ਉਹ ਧਰਮੀ ਹੈ, ਪਹਿਰਾਵੇ ਕਰਕੇ ਧਰਮੀ ਨਹੀਂ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਉਦੋਂ ਗੁਰੂ ਨਾਨਕ ਸਾਹਿਬ ਆਏ ਜਦੋਂ ਧਾਰਮਿਕ ਅਸਥਾਨਾਂ ਤੋਂ ਵੀ ਧਰਮ ਦੀ ਮਰਿਆਦਾ ਉੱਡ ਚੁੱਕੀ ਸੀ। ਭਾਵ ਮਾਇਆ ਦਾ ਬੋਲਬਾਲਾ ਹੋ ਰਿਹਾ ਸੀ, ਪਾਪ ਦਾ ਬੋਲਬਾਲਾ ਹੋ ਰਿਹਾ ਸੀ। ਲਾਲਚ ਲਾਗੇ ਮਾਇਆ ਭੂਪ। ਭਾਈ ਰਤਨ ਸਿੰਘ ਭੰਗੂ ਕਹਿੰਦੇ ਸਾਰੇ ਰਾਜੇ ਮਹਾਰਾਜੇ, ਧਾਰਮਿਕ ਲੋਕ, ਪੰਡਤ, ਜੋਤਸ਼ੀ ਮਾਇਆ ਦੇ ਲਾਲਚ ਪਿੱਛੇ ਕੁਧਰਮ ਕਮਾ ਰਹੇ ਸਨ। ਸੱਚ ਹੈ ਖਾਲਸਾ ਜੀ, ਜੇ ਧਰਮੀ ਬੰਦਾ ਵੀ ਮਾਇਆ ਦਾ ਲਾਲਚ ਕਰਨ ਲੱਗ ਜਾਵੇ ਤਾਂ ਉਹ ਧਰਮੀ ਨਹੀਂ ਰਹਿ ਜਾਂਦਾ। ਇਹੋ ਕਾਰਨ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਬਾਰ-ਬਾਰ ਧਰਮੀਆਂ ਨੂੰ ਸਮਝਾਇਆ ਗਿਆ ਕਿ ਜੇ ਧਰਮ ਦੇ ਕੱਪੜੇ ਪਾ ਕਰਕੇ ਵੀ ਲਾਲਚ ਨਾ ਛੱਡਿਆ ਤੇ ਫਿਰ ਸੱਜਣਾ ਤੂੰ ਧਰਮੀ ਨਹੀਂ। ਪਰ ਵੇਖਣ ਵਿੱਚ ਆਉਂਦਾ ਹੈ ਸੰਗਤ ਨੂੰ ਉਪਦੇਸ਼ ਕਰਨ ਵਾਲੇ ਜਿਹੜੇ ਕਹਿੰਦੇ ਨੇ ਕਿ ਮਾਇਆ ਦਾ ਲਾਲਚ ਛੱਡੋ, ਉਹ ਸਭ ਤੋਂ ਵੱਧ ਮਾਇਆ ਪਿੱਛੇ ਦੌੜਦੇ ਨੇ। ਤੇ ਮਾਇਆ ਪਿੱਛੇ ਦੌੜਦੇ ਦੌੜਦੇ ਧਾਰਮਿਕ ਕੱਪੜੇ ਪਾ ਕਰਕੇ ਧਰਮ ਨੂੰ ਨਹੀਂ ਨਿਭਾਉਂਦੇ, ਇਬਾਦਤ ਨਹੀਂ ਕਰਦੇ, ਬੰਦਗੀ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਕੇਵਲ ਲੋਕ ਵਿਖਾਵੇ ਵਾਸਤੇ
ਧਾਰਮਿਕ ਲਿਬਾਸ ਬਣਾ ਕੇ ਲੋਕਾਂ ਨੂੰ ਨਾਮ ਜਪਣ ਦਾ ਉਪਦੇਸ਼ ਤਾਂ ਦਿੰਦੇ ਨੇ, ਪਰ ਖੁਦ ਕਦੇ ਨਾਮ ਨਹੀਂ ਜਪਦੇ, ਅੰਮ੍ਰਿਤ ਵੇਲਾ ਨਹੀਂ ਕਰਦੇ, ਨਿਤਨੇਮ ਨਹੀਂ ਕਰਦੇ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਉਹੀ ਬੰਦਾ ਧਰਮੀ ਹੈ ਜਿਹੜਾ ਦੂਜਿਆਂ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਖੁਦ ਜਪਦਾ ਹੈ। ਆਪ ਜਪਾਏ ਜਪੇ ਸੋ ਨਾਉ, ਰੱਬ ਪਰਮਾਤਮਾ ਜਪਾਉਂਦਾ ਆਪ ਹੈ, ਪਰ ਜੇ ਸੰਗਤ ਵਿੱਚ ਉਪਦੇਸ਼ ਕਰਨਾ ਤੇ ਭਗਤ ਕਬੀਰ ਜੀ ਕਹਿੰਦੇ, ਕਬੀਰ ਅਬਰੇ ਕੋ ਉਪਦੇਸ਼ ਤੇ ਮੁਖਮੇ ਪਰ ਹੈ ਰੀਤ। ਜੇ ਲੋਕਾਂ ਨੂੰ ਕਹਿਣਾ ਭਾਈ ਨਿਤਨੇਮ ਕਰ, ਸਿਮਰਨ ਕਰ, ਤੇ ਜੇ ਖੁਦ ਕਦੇ ਨਿਤਨੇਮ ਸਿਮਰਨ ਨਹੀਂ ਕੀਤਾ ਤੇ ਰੱਬ ਦੀ ਦਰਗਾਹ 'ਚ ਪ੍ਰਵਾਨ ਨਹੀਂ ਹੋਣਾ। ਸੋ ਇਸ ਕਰਕੇ ਕਿਹਾ ਕਿ ਪਹਿਲਾਂ ਆਪ ਜਪ, ਫਿਰ ਦੂਸਰਿਆਂ ਨੂੰ ਜਪਣ ਦਾ ਉਪਦੇਸ਼ ਦੇ, ਤਾਂ ਤੂੰ ਧਰਮੀ ਹੈ। ਨਹੀਂ ਤੇ ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸਕੀਨ, ਅੰਤ ਕਾਲ ਕਾ ਤੀ ਕਟਿਓ, ਬਾਸ ਨਰਕ ਮੋਲੀਨ। ਨਹੀਂ ਤਾਂ ਫਿਰ ਬੰਦਾ ਭੇਖੀ ਬਣ ਜਾਂਦਾ ਹੈ। ਰਾਜਨ ਪਾਏ ਨਿਜ ਧਰਮ ਕੂਪ। ਜਿਹੜੇ ਰਾਜੇ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ, ਉਹ ਨਿਆਂ ਕਰਨਾ ਛੱਡ ਚੁੱਕੇ ਸਨ। ਰਾਜੇ ਦਾ ਕੰਮ ਹੁੰਦਾ ਨਿਆਂ ਕਰਨਾ, ਰਾਜੇ ਦਾ ਕੰਮ ਹੁੰਦਾ ਸਾਰੀ ਪ੍ਰਜਾ ਨੂੰ ਇੱਕ ਬਰਾਬਰ ਸਮਝਣਾ। ਪਰ ਕਹਿੰਦੇ ਸਤਿਗੁਰੂ ਵੇਲੇ ਕਲਯੁਗ ਵੱਧ ਗਿਆ ਕਿ ਰਾਜੇ ਨਿਆਂ ਕਰਨਾ ਛੱਡ ਗਏ, ਲੋਕਾਂ ਤੇ ਅਤਿਆਚਾਰ ਕਰਨ ਲੱਗ ਪਏ, ਰਿਸ਼ਵਤਖੋਰੀ ਵੱਧ ਗਈ, ਰਿਸ਼ਵਤ ਖਾ ਕਰਕੇ ਆਪਣੀ ਮਰਜ਼ੀ ਦੇ ਨਾਲ ਫਤਵੇ ਜਾਰੀ ਕਰਨ ਲੱਗ ਪਏ। ਪੰਥ ਧਾਰੀ ਪੀਜੇ ਜਗ ਆਏ। ਉਸ ਵਕਤ ਇੱਕ ਦੂਸਰੇ ਦੇ ਧਰਮ ਦੇ ਉੱਤੇ ਹਮਲੇ ਹੋਣ ਲੱਗ ਪਏ। ਪੰਥ ਵਿਚਲ ਭੀ ਤਿਨ ਕੇ ਗਏ। ਔਰ ਆਪਸ ਦੇ ਵਿੱਚ ਇੱਕ ਦੂਸਰੇ ਦੀ ਧਾਰਮਿਕ ਮਰਿਆਦਾ ਦੇ ਉੱਤੇ ਵਾਦ ਵਿਵਾਦ ਛਿੜ ਪਏ, ਪਰ ਇਹਦਾ ਨੁਕਸਾਨ ਬੜਾ ਵੱਡਾ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਜਿਹੜੇ ਧਰਮ ਪੰਥ ਚੱਲੇ ਸੀ, ਧਰਮਿਕ ਸੰਪਰਦਾਵਾਂ ਚੱਲੀਆਂ ਸੀ, ਭਾਈ ਰਤਨ ਸਿੰਘ ਭੰਗੂ ਕਹਿੰਦੇ ਵਾਦ ਵਿਵਾਦ ਕਾਰਨ ਉਹ ਸੰਪਰਦਾਵਾਂ ਅੱਜ ਅਲੋਪ ਹੋ ਚੁੱਕੀਆਂ। ਕਿਉਂਕਿ ਬੜੀਆਂ ਸੰਪਰਦਾਵਾਂ ਚੱਲੀਆਂ, ਜੋਗੀ ਚੱਲੇ, ਸਿੱਧ ਚੱਲੇ, ਨਾਂਗੇ ਸਾਧ ਚੱਲੇ, ਪਰ ਅੱਜ ਭਾਰਤ ਦੀ ਧਰਤੀ ਦੇ ਉੱਤੇ ਜੋਗੀ ਸਾਧ, ਨਾਂਗੇ ਸਾਧ ਵੇਖਣ ਦੇ ਵਿੱਚ ਬਹੁਤ ਘੱਟ ਨੇ, ਤੇ ਜਿਹੜੇ ਹਨ ਵੀ ਉਹ ਸੰਪੂਰਨ ਤੌਰ ਤੇ ਤਿਆਗੀ ਨਹੀਂ ਰਹੇ। ਭਾਵ ਭਾਈ ਰਤਨ ਸਿੰਘ ਭੰਗੂ ਕਹਿੰਦੇ ਵਾਦ ਵਿਵਾਦ ਵਿੱਚ ਉਲਝਣ ਕਾਰਨ ਧਾਰਮਿਕ ਮਰਿਆਦਾ ਤੋਂ ਦੂਰ ਹੋ ਗਏ, ਪਹਿਰਾਵੇ ਤੱਕ ਜੁੜ ਗਏ, ਇਸ ਕਰਕੇ ਉਹਨਾਂ ਦੀਆਂ ਸੰਪਰਦਾਵਾਂ ਅਲੋਪ ਹੋ ਗਈਆਂ, ਤੇ ਜਿਹੜਾ ਉਪਦੇਸ਼ ਉਹਨਾਂ ਨੇ ਰੱਬ ਦੇ ਘਰ ਦਾ ਦੇਣਾ ਸੀ ਉਹ ਉਪਦੇਸ਼ ਵੀ ਛੱਡ ਦਿੱਤਾ। ਇਹੋ ਕਾਰਨ ਹੈ ਵੀ ਜਦੋਂ ਨਿਤਨੇਮ ਸਵੇਰੇ ਕਰਦੇ ਆ ਸਵਈਆਂ ਦੇ ਵਿੱਚ, ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਆਉਂਦਾ ਹੈ, ਸਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹਿਓ ਮਤ, ਕਉ ਨਾ ਦੇਖਿਤ ਪ੍ਰਾਨਪਤੀ ਕੇ। ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਜੋਗੀਆਂ ਕੋਲ ਗਿਆ, ਸਿੱਧਾਂ ਕੋਲ ਗਿਆ, ਜੈਨੀਆਂ ਕੋਲ ਗਿਆ, ਬੋਧੀਆਂ ਕੋਲ ਗਿਆ, ਪਰ ਕਹਿੰਦੇ ਮੈਂ ਜਾ ਕੇ ਵੇਖਿਆ ਕਿ ਹਰ ਇੱਕ ਬੰਦਾ ਆਪੋ ਆਪਣੀ ਧੜੇ ਦਾ, ਆਪੋ ਆਪਣੀ ਸੰਪਰਦਾ ਦਾ ਢੋਲ ਤੇ ਵਜਾ ਰਿਹਾ ਹੈ, ਪਰ ਜਿਸ ਪਰਮਾਤਮਾ ਨੇ ਸੰਪਰਦਾ ਬਣਾਈ ਹੈ ਉਸ ਪਰਮਾਤਮਾ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ। ਹਰ ਇੱਕ ਵਿਅਕਤੀ ਆਪੋ ਆਪਣਾ ਢੋਲ ਵਜਾਉਂਦਾ ਹੈ, ਰੱਬ ਦੀ ਖੁਦਾ ਦੀ ਗੱਲ ਕੋਈ ਕਰ ਨਹੀਂ ਰਿਹਾ। ਇਹੋ ਕਾਰਨ ਸੀ ਗੁਰੂ ਨਾਨਕ ਸਾਹਿਬ ਦਾ ਧਰਤੀ ਤੇ ਪ੍ਰਗਟ ਹੋਣ ਦਾ, ਕਿ ਧਾਰਮਿਕ ਲੋਕਾਂ ਨੇ ਜੋ ਉਪਦੇਸ਼ ਸੰਸਾਰ ਨੂੰ ਦੇਣਾ ਸੀ ਨਾਮ ਦਾ, ਉਹ ਦੇ ਨਹੀਂ ਸਨ ਰਹੇ। ਇਹੋ ਕਾਰਨ ਹੈ ਵੀ ਗੁਰੂ ਕੀ ਬਾਣੀ ਦੇ ਵਿੱਚ, ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਵਿੱਚ ਬਚਨ ਆਉਂਦਾ ਹੈ, ਸ਼੍ਰੀ ਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸ਼ੁਭ ਵੰਸ਼ ਪ੍ਰਧਾਨਾ, ਪੂਰਬ ਜੋਤ ਪਠੈ ਦੇ ਆਇਸ, ਤੇ ਸਭ ਆਪਨ ਮਤ ਉਰਜਾਨਾ। ਕਿ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਰੱਬ ਉਦੋਂ ਪ੍ਰਗਟ ਹੋਇਆ ਜਦੋਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵਾਲੇ ਪੀਰ, ਪੈਗੰਬਰ, ਔਲੀਏ, ਅਵਤਾਰ, ਗੰਧਰਵ, ਫਰਿਸ਼ਤੇ ਉਹ ਆਪੋ ਆਪਣੀ ਮੱਤ ਵਿੱਚ ਉਲਝ ਕੇ ਰਹਿ ਗਏ, ਆਪੋ ਆਪਣੇ ਝਗੜਿਆਂ ਵਿੱਚ ਉਲਝ ਕੇ ਰਹਿ ਗਏ। ਧਰਮ ਦੇ ਨਾਮ ਤੇ ਝਗੜੇ ਹੋਣ ਲੱਗ ਪਏ, ਕਿਉਂਕਿ ਧਰਮ ਨੇ ਤੇ ਝਗੜੇ ਦੂਰ ਕਰਨੇ ਸੀ, ਪਰ ਖਾਲਸਾ ਜੀ ਧਰਮ ਦੇ ਨਾਮ ਤੇ ਝਗੜੇ ਹੋਣ ਲੱਗ ਪਏ। ਧਰਮ ਨੇ ਈਰਖਾ ਮਕਾਉਣੀ ਸੀ ਤੇ ਧਰਮ ਦੇ ਨਾਮ ਤੇ ਈਰਖਾ ਸਭ ਤੋਂ ਵੱਧ ਹੋਣ ਲੱਗ ਪਈ। ਧਰਮ ਨੇ ਵਿਤਕਰੇ ਦੂਰ ਕਰਨੇ ਸੀ
ਤੇ ਧਾਰਮਿਕ ਅਸਥਾਨਾਂ ਦੇ ਉੱਤੇ ਵਿਤਕਰੇ ਹੋਣ ਲੱਗ ਪਏ, ਉਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਧਰਮ ਦੀ ਵਿਆਖਿਆ ਦੱਸਣ ਵਾਸਤੇ। ਮਾਇਆ ਮੋਹ ਸਭਨ ਕੋ ਸ਼ਰਿਓ। ਕਹਿੰਦੇ ਮਾਇਆ ਦੇ ਮੋਹ ਨੇ ਰਾਜਿਆਂ ਮਹਾਰਾਜਿਆਂ ਤੇ ਧਾਰਮਿਕ ਲੋਕਾਂ, ਧਾਰਮਿਕ ਪ੍ਰਚਾਰਾਂ ਨੂੰ ਠੱਗ ਲਿਆ। ਭਾਵੇਂ ਕੋਈ ਰਾਜਾ ਸੀ, ਕੋਈ ਸੰਸਾਰੀ ਸੀ, ਤੇ ਭਾਵੇਂ ਕੋਈ ਧਰਮ ਦੀ ਗੱਲ ਕਰ ਰਿਹਾ ਸੀ, ਕਹਿੰਦੇ ਮਾਇਆ ਨੇ ਸਾਰਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਖਾਲਸਾ ਜੀ, ਮਾਇਆ ਬੜੀ ਪ੍ਰਬਲ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਵਿੱਚ ਬਚਨ ਆਉਂਦਾ ਹੈ, ਆਦ ਭਵਾਨੀ ਈਸ਼ਰੀ ਮਾਇਆ ਜਾ ਕੋ ਨਾਮ, ਇਨ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨਾ ਕਾਮ। ਸਤਿਗੁਰੂ ਗੁਰੂ ਗੋਬਿੰਦ ਸਿੰਘ ਕਹਿੰਦੇ ਜਦੋਂ ਰੱਬ ਨੇ ਦੁਨੀਆ ਬਣਾਈ, ਦੁਨੀਆ ਬਣਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਰੱਬ ਨੇ ਮਾਇਆ ਬਣਾ ਦਿੱਤੀ। ਤੇ ਕਹਿੰਦੇ ਐਸੀ ਤਾਕਤਵਰ ਮਾਇਆ ਬਣਾਈ ਕਿ ਰੱਬ ਦੀ ਬਣਾਈ ਮਾਇਆ ਤੋਂ ਬਿਨਾ ਇੱਕ ਪਲ ਵੀ ਨਹੀਂ ਸਰਦਾ ਤੇ ਕੋਈ ਕੰਮ ਪੂਰਾ ਵੀ ਨਹੀਂ ਹੁੰਦਾ। ਤੇ ਭਾਈ ਦਇਆ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗੇ, ਪਾਤਸ਼ਾਹ ਫਿਰ ਮਾਇਆ ਤੇ ਤਾਕਤਵਰ ਹੋ ਗਈ ਵੀ ਮਾਇਆ ਤੋਂ ਬਿਨਾ ਸਰਦਾ ਹੀ ਕੋਈ ਨਹੀਂ, ਮਾਇਆ ਤੋਂ ਬਿਨਾ ਕੋਈ ਕੰਮ ਪੂਰਾ ਨਹੀਂ ਹੁੰਦਾ। ਤੇ ਕਲਗੀਆਂ ਵਾਲੇ ਹੱਸ ਕੇ ਕਹਿਣ ਲੱਗੇ, ਦਇਆ ਸਿੰਘ ਜੀ ਜਰਾ ਸੋਚੋ ਕਿ ਜਿਸ ਰੱਬ ਨੇ, ਪ੍ਰਮਾਤਮਾ ਨੇ ਮਾਇਆ ਬਣਾਈ ਤੇ ਮਾਇਆ ਤੋਂ ਬਿਨਾ ਨਹੀਂ ਸਰਦਾ, ਜਿਹਦੀ ਬਣਾਈ ਚੀਜ਼ ਤੋਂ ਬਿਨਾ ਨਹੀਂ ਸਰਦਾ, ਉਸ ਰੱਬ ਤੋਂ ਬਿਨਾ ਵੀ ਕਿਵੇਂ ਸਰ ਸਕਦਾ ਹੈ? ਪਰਮਾਤਮਾ ਤੋਂ ਬਿਨਾ ਵੀ ਕੋਈ ਕੰਮ ਕਿਵੇਂ ਪੂਰਾ ਹੋ ਸਕਦਾ ਹੈ? ਭਾਈ ਰਤਨ ਸਿੰਘ ਭੰਗੂ ਕਹਿੰਦੇ ਮਾਇਆ ਨੇ ਧਾਰਮਿਕ ਲੋਕਾਂ ਨੂੰ ਵੀ ਲਪੇਟ ਵਿੱਚ ਲੈ ਲਿਆ। ਖਾਲਸਾ ਜੀ, ਇਹਦਾ ਮਤਲਬ ਇਹ ਹੈ ਜਦੋਂ ਬੰਦਾ ਧਰਮ ਦਾ ਕੰਮ ਵੀ ਕਰਦਾ ਕੇਵਲ ਤੇ ਕੇਵਲ ਰੋਜ਼ਗਾਰ ਵਾਸਤੇ, ਰੋਟੀਆਂ ਕਾਰਨ ਪੂਰੇ ਤਾਲ ਭਾਵ ਅਭਿਆਸ ਕੀਤਾ, ਉਪਦੇਸ਼ ਕੀਤਾ ਜਾਂ ਰੱਬ ਦੇ ਗੀਤ ਗਾਏ ਤੇ ਕੇਵਲ ਮਾਇਆ ਪ੍ਰਧਾਨ ਬਣਾ ਕਰਕੇ ਗਾਏ, ਪਰ ਗੁਰ ਸ਼ਬਦ ਨੂੰ ਪ੍ਰਧਾਨ ਬਣ ਕੇ ਨਹੀਂ ਗਾਏ। ਸੋ ਇਹ ਕਾਰਨ ਸੀ ਕਿ ਪੁਰਾਣੇ ਧਾਰਮਿਕ ਅਸਥਾਨਾਂ ਤੇ ਇਹ ਮਰਿਆਦਾ ਚੱਲ ਪਈ, ਰੋਟੀਆਂ ਕਾਰਨ ਪੂਰੇ ਤਾਲ ਦੀ, ਕਿ ਜਦੋਂ ਮਾਇਆ ਮਿਲ ਜਾਣੀ ਰੱਬ ਦੀ ਸਿਫਤ ਕਰ ਲੈਣੀ, ਤੇ ਜਦੋਂ ਮਾਇਆ ਨਾ ਮਿਲਣੀ ਕਈ ਸਦੀਆਂ ਬੀਤ ਜਾਣੀਆਂ ਰੱਬ ਦਾ ਨਾਂ ਹੀ ਨਾ ਲੈਣਾ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਗੁਰੂ ਕੇ ਸਿੱਖ ਨੂੰ ਰੋਜ਼ਾਨਾ ਨਿਤਨੇਮ ਕਰਨਾ ਅਤ ਜ਼ਰੂਰੀ ਹੈ। ਤੇ ਨਿਤਨੇਮ ਸਿੱਖ ਦੀ ਮਰਜ਼ੀ ਨਹੀਂ, ਨਿਤਨੇਮ ਗੁਰੂ ਦਾ ਹੁਕਮ ਹੈ। ਇਹ ਸਿੱਖ ਦੀ ਮਰਜ਼ੀ ਨਹੀਂ ਵੀ ਸਿੱਖ ਨੇ ਨਹੀਂ ਕਰਨਾ, ਇਹ ਗੁਰੂ ਦਾ ਹੁਕਮ ਹੈ। ਤੇ ਮੈਂ ਇੱਕ ਹੋਰ ਬੇਨਤੀ ਅਕਸਰ ਕਰਦਾ ਕਿ ਸਾਡੇ ਮਨ ਵਿੱਚ ਕਈ ਵਾਰ ਆਉਂਦਾ ਹੈ ਕਿ ਸਿੱਖੀ ਕਮਾਉਣਾ ਰਾਗੀਆਂ ਦਾ ਕੰਮ ਹੈ, ਸਿੱਖੀ ਦਾ ਬਾਣਾ ਪਾਉਣਾ ਢਾਡੀਆਂ ਦਾ ਕੰਮ ਹੈ, ਪਾਠ ਕਰਨਾ ਕਥਾਵਾਚਕਾਂ ਦਾ ਕੰਮ ਹੈ, ਗ੍ਰੰਥੀਆਂ ਦਾ ਕੰਮ ਹੈ। ਪਰ ਮੈਂ ਬੇਨਤੀ ਕਰਾਂ, ਬਾਬੇ ਨਾਨਕ ਨੇ ਰਾਗੀ, ਢਾਡੀ, ਕਥਾਵਾਚਕ ਜਾਂ ਕੀਰਤਨੀਏ ਜਾਂ ਗ੍ਰੰਥੀ ਨਹੀਂ, ਬਾਬੇ ਨਾਨਕ ਨੇ ਸਿੱਖ ਹੀ ਬਣਾਇਆ ਹੈ। ਤੇ ਸਿੱਖ ਹੀ ਕਥਾਵਾਚਕ ਹੈ, ਸਿੱਖ ਹੀ ਕੀਰਤਨੀਆ ਹੈ, ਸਿੱਖ ਹੀ ਢਾਡੀ ਹੈ, ਸਿੱਖ ਹੀ ਗ੍ਰੰਥੀ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲੈਂਦਾ ਉਹ ਗ੍ਰੰਥੀ ਹੈ, ਜਿਹੜਾ ਗੁਰਬਾਣੀ ਦਾ ਕੀਰਤਨ ਕਰ ਲੈਂਦਾ ਉਹ ਕੀਰਤਨੀਆ ਹੈ, ਜਿਹੜਾ ਗੁਰਬਾਣੀ ਦੇ ਅਰਥਾਂ ਨੂੰ ਸਮਝ ਲੈਂਦਾ ਉਹ ਖਾਲਸਾ ਜੀ ਕਥਾਵਾਚਕ ਹੈ। ਮੇਰੇ ਕਹਿਣ ਤੋਂ ਭਾਵ ਇਹ ਕਿ ਅੱਜ ਭਾਵੇਂ ਸਤਿਗੁਰੂ ਕਿਰਪਾ ਕਰਕੇ ਆਪਣੇ ਪੰਥ ਦੇ ਵਿੱਚ ਵੱਖ-ਵੱਖ ਸੇਵਾਵਾਂ ਬਖਸ਼ਦੇ ਨੇ, ਕਿਸੇ ਦੀ ਕਥਾ ਦੀ ਸੇਵਾ ਹੈ, ਕਿਸੇ ਦੀ ਕੀਰਤਨ ਦੀ ਸੇਵਾ ਹੈ, ਕਿਸੇ ਦੀ ਅਖੰਡ ਪਾਠ ਦੀ ਸੇਵਾ ਹੈ, ਕਿਸੇ ਦੀ ਅਰਦਾਸ ਦੀ ਸੇਵਾ ਹੈ, ਕਿਸੇ ਦੀ ਢਾਡੀ ਵਾਰਾਂ ਗਾਇਨ ਕਰਨ ਦੀ ਸੇਵਾ ਹੈ। ਪਰ ਇਹ ਵੀ ਸੱਚ ਹੈ ਕਿ ਇਹ ਜ਼ਰੂਰੀ ਨਹੀਂ ਕਿ ਜੇ ਕੀਰਤਨੀਆ ਗੁਰੂ ਘਰ ਦੇ ਵਿੱਚ ਹੈ ਤੇ ਕੀਰਤਨ ਕੇਵਲ ਕੀਰਤਨੀਆ ਹੀ ਕਰੇਗਾ, ਬਲਕਿ ਸੰਗਤ ਨੂੰ ਵੀ ਕੀਰਤਨ ਕਰਨਾ ਆਉਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 300 ਰਾਗ ਬਾਣੀ ਵਿੱਚ ਲਿਖੇ ਨੇ। ਤੇ ਜੇ ਕਥਾਵਾਚਕ ਗੁਰੂ ਘਰ ਵਿੱਚ ਹੈ, ਇਹਦਾ ਮਤਲਬ ਇਹ ਨਹੀਂ ਕਿ ਕਥਾਵਾਚਕ ਨਹੀਂ ਗੁਰਬਾਣੀ ਦੇ ਅਰਥ ਪੜ੍ਹਨੇ ਨੇ, ਬਲਕਿ ਗੁਰੂ ਕੀ ਸੰਗਤ ਨੇ ਵੀ ਘਰਾਂ ਦੇ ਵਿੱਚ ਬੈਠ ਕਰਕੇ ਸਹਿਜ ਪਾਠ ਕਰਨਾ ਹੈ ਤੇ ਨਾਲ ਗੁਰ ਸ਼ਬਦ ਦੇ ਅਰਥਾਂ ਨੂੰ ਸਮਝਣਾ। ਸੋ ਗੁਰੂ ਨਾਨਕ ਦੀ ਸਿੱਖੀ ਕਮਾਉਣ ਦਾ ਫਰਜ਼ ਹਰ ਇੱਕ ਸਿੱਖ ਦਾ ਹੈ। ਧਰਮ ਹਾਰ ਨਿਜ ਕੁਲ ਚਹਿ ਭਰਿਓ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਧਰਮ ਉਸ ਵਕਤ ਉੱਡ ਗਿਆ, ਅਧਰਮ ਫੈਲ ਗਿਆ, ਲੋਕ ਧਾਰਮਿਕ ਕਿਰਿਆਵਾਂ ਤੋਂ ਦੂਰ ਹੋ ਗਏ। ਸ੍ਰੀ ਮੁਖ ਵਾਕ ਸ਼ਲੋਕ ਕਲ ਕਾਤੀ ਰਾਜੇ ਕਾ ਸਾਈ।
ਭਾਈ ਰਤਨ ਸਿੰਘ ਭੰਗੂ ਕਹਿੰਦੇ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਵੀ ਇਹ ਬਚਨ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਖੋਂ ਉਚਾਰਿਆ, ਕਲਕਾਤੀ ਰਾਜੇ ਕਸਾਈ, ਕਿ ਰਾਜੇ ਕਸਾਈ ਬਣ ਕੇ ਜਿਸ ਤਰ੍ਹਾਂ ਕਸਾਈ ਜਾਨਵਰਾਂ ਨੂੰ ਕੋਹ ਕੇ ਮਾਰਦਾ, ਕਹਿੰਦੇ ਰਾਜੇ ਵੀ ਕਸਾਈ ਬਣ ਕੇ ਆਮ ਪ੍ਰਜਾ ਨੂੰ ਇਤਨਾ ਕਸ਼ਟ ਦੇਣ ਲੱਗ ਪਏ। ਧਰਮ ਪੰਖ ਕਰ ਉਡਰਿਆ, ਤੇ ਕਹਿੰਦੇ ਇਸ ਤਰ੍ਹਾਂ ਦਾ ਹਾਲਾਤ ਹੋ ਗਏ, ਇੰਜ ਲੱਗਦਾ ਸੀ ਧਰਮ ਆਪਣੇ ਆਪ ਨੂੰ ਖੰਭ ਲਾ ਕਰਕੇ ਕਿਤੇ ਦੂਰ ਉੱਡ ਚੁੱਕਿਆ ਹੈ। ਕੂੜ ਅਮਾਵਸ ਸੱਚ ਚੰਦਰਮਾ, ਕਹਿੰਦੇ ਕੂੜ ਅਮਾਵਸ ਬਣ ਗਈ। ਇਸ ਤਰ੍ਹਾਂ ਹੋ ਗਿਆ ਵੀ ਸੱਚ ਦਾ ਚੰਦਰਮਾ ਲੁਕ ਚੁੱਕਿਆ ਹੈ। ਦਿਸੇ ਨਾਹੀ ਕਹਿ ਚੜਿਆ, ਸੱਚ ਦਾ ਚੰਦਰਮਾ ਕਈ ਦਿਨ ਨਜ਼ਰ ਹੀ ਨਹੀਂ ਸੀ ਆਉਂਦਾ, ਭਾਵ ਅਮਾਵਸ ਦੇ ਵਿੱਚ ਚੰਦਰਮਾ ਨਹੀਂ ਨਜ਼ਰ ਆਉਂਦਾ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇਸ ਤਰ੍ਹਾਂ ਸੱਚ ਨਜ਼ਰ ਨਹੀਂ ਸੀ ਆਉਂਦਾ ਲੋਕਾਂ ਦੀ ਜ਼ੁਬਾਨ ਤੇ। ਹਰ ਇੱਕ ਵਿਅਕਤੀ ਝੂਠ ਬੋਲਦਾ ਸੀ, ਝੂਠ ਦਾ ਪਸਾਰਾ ਥਾਂ ਥਾਂ ਤੇ ਹੋ ਚੁੱਕਿਆ ਸੀ। ਕਚਹਿਰੀਆਂ ਦੇ ਵਿੱਚ, ਰਾਜਿਆਂ ਦੇ ਦਰਬਾਰ ਦੇ ਵਿੱਚ ਝੂਠ ਬੋਲਿਆ ਜਾਣ ਲੱਗ ਪਿਆ। ਧਾਰਮਿਕ ਅਸਥਾਨਾਂ ਤੇ ਝੂਠ ਦੀ ਬੋਲਬਾਲਾ ਹੋ ਗਿਆ ਤੇ ਸੱਚ ਕਿਤੇ ਨਜ਼ਰ ਨਹੀਂ ਸੀ ਆਉਂਦਾ। ਦੋਹਰਾ ਤੋ ਮਾਰੀ ਨੇ ਫਿਰ ਕਿਹੋ, ਸਭ ਹਮ ਦੇਹੋ ਬਤਾਏ। ਜਦੋਂ ਮਰੀ ਕਪਤਾਨ ਨੇ ਇਨ੍ਹਾਂ ਹਾਲਾਤਾਂ ਬਾਰੇ ਸੁਣਿਆ, ਭਾਈ ਸਾਹਿਬ ਨੂੰ ਕਹਿਣ ਲੱਗਾ ਫਿਰ ਮੈਨੂੰ ਸਾਰਾ ਕੁਝ ਵਿਸਥਾਰ ਪੂਰਵਕ ਦੱਸਣਾ ਕਰੋ। ਕੌਣ ਸਾਲ ਓ ਕਾਲ ਕੌਣ, ਦੋਸ਼ ਕੌਣ ਓ ਥਾਏ। ਭਾਈ ਰਤਨ ਸਿੰਘ ਭੰਗੂ ਨੂੰ ਕਹਿੰਦਾ ਫਿਰ ਇਹ ਦੱਸ ਵੀ ਕਿਸ ਸਾਲ ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ, ਕਿਹੜਾ ਦਿਨ ਸੀ, ਕਿਹੜਾ ਸਾਲ ਸੀ, ਕੌਣ ਦੇਸ਼, ਕਿਹੜੇ ਦੇਸ਼ ਦੇ ਵਿੱਚ, ਕਿਸ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਚੌਪਈ ਸਾਲ ਸੁਨੋ ਅਬ ਬਿਕਰਮ ਰਾਏ। ਸੋ ਬਿਕਰਮੀ ਸੰਮਤ ਦੇ ਮੁਤਾਬਕ ਭਾਈ ਰਤਨ ਸਿੰਘ ਭੰਗੂ ਮਰੀ ਕਪਤਾਨ ਨੂੰ ਸਾਲ ਦੱਸਦੇ ਹਨ। 1526 ਆਥਾਏ। ਸੰਮਤ 1526 ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਤਖਤੇ ਤੇ ਪ੍ਰਗਟ ਹੋਏ। ਤਲਵੰਡੀ ਬੁਲਾਰ ਭੋਏ ਰਾਏ। ਰਾਏ ਬੁਲਾਰ ਦੀ ਜੋ ਤਲਵੰਡੀ ਹੈ ਖਾਲਸਾ ਜੀ, ਉਸ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ। ਢਿੱਗ ਲਾਹੌਰ ਓ ਕਸੂਰੈ ਦਾਏ। ਲਾਹੌਰ ਤੇ ਕਸੂਰ ਦੇ ਵਿਚਕਾਰ ਇਹ ਰਾਏ ਬੁਲਾਰ ਦੀ ਤਲਵੰਡੀ ਹੈ। ਜਿਸ ਰਾਏ ਬੁਲਾਰ ਦੀ ਤਲਵੰਡੀ ਨੂੰ ਅੱਜ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ, ਉਹ ਕਿਹਾ ਵੀ ਤਾਂ ਹੀ ਜਾਂਦਾ ਹੈ ਕਿ ਉੱਥੇ ਨਾਨਕ ਸਾਹਿਬ ਆਏ ਨੇ। ਨਾਮ ਸੀ ਨਾਨਕਿਆਣਾ, ਨਾਨਕਿਆਣਾ ਤੋਂ ਨਾਮ ਪੈ ਗਿਆ ਨਨਕਾਣਾ ਸਾਹਿਬ। ਸੋ ਉਸ ਧਰਤੀ ਤੇ ਗੁਰਾਂ ਦੇ ਗੁਰੂ, ਪੀਰਾਂ ਦੇ ਪੀਰ, ਸਰਕਾਰੇ ਕੁਲ ਆਲਮ ਤਖਤ ਤੇ ਸੁਭਾਏਮਾਨ ਹਾਜ਼ਰਾ ਹਜ਼ੂਰ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ। ਖੱਤਰੀ ਜਾਤ ਉਸ ਬੇਦੀ ਕਹਾਏ। ਖੱਤਰੀਆਂ ਦੇ ਵਿੱਚ, ਬੇਦੀ ਕੁਲ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰਗਟ ਹੁੰਦੇ ਨੇ। ਤਿੰਨ ਬੇਦੀਆਂ ਕੀ ਕੁਲ ਵਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ, ਜਹ ਤਹ ਭਏ ਸਹਾਏ। ਬੇਦੀਆਂ ਦੀ ਕੁਲ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ ਤੇ ਕਹਿੰਦੇ ਜਿਹੜਾ ਵੀ ਗੁਰੂ ਨਾਨਕ ਦਾ ਸਿੱਖ ਬਣ ਗਿਆ, ਬਾਬੇ ਨਾਨਕ ਨੇ ਆਪਣੇ ਦਰੋਂ ਘਰੋਂ ਸਾਰੀਆਂ ਸੁੱਖਾਂ ਦੀਆਂ ਦਾਤਾਂ ਝੋਲੀ ਵਿੱਚ ਪਾ ਦਿੱਤੀਆਂ ਤੇ ਧਰਤੀ ਦੇ ਕਿਸੇ ਵੀ ਕੋਨੇ ਤੇ ਬੈਠ ਕੇ ਕੋਈ ਵੀ ਸਿੱਖ ਗੁਰੂ ਨਾਨਕ ਨੂੰ ਆਵਾਜ਼ ਲਾਉਂਦਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਥਾਂ ਤੇ ਜਾ ਕੇ ਆਪਣੇ ਸਿੱਖ ਦੀ ਸਹਾਇਤਾ ਕਰਦੇ ਨੇ। ਲਿਓ ਅਵਤਾਰ ਇਸੇ ਕੁਲ ਮਾਏ। ਸੋ ਬੇਦੀਆਂ ਦੀ ਕੁਲ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਵਤਾਰ ਧਾਰਿਆ। ਉਤੇ ਕੁਲੇ ਵਹਿ ਅਤ ਧਰਮਕਾਰੀ। ਬੇਦੀਆਂ ਦੀ ਕੁਲ, ਬੇਦੀ ਕੁਲ ਉਹਨੂੰ ਕਿਹਾ ਜਾਂਦਾ ਸੀ ਜਿਹੜੇ ਵੇਦਾਂ ਦੇ ਗਿਆਤਾ ਹੁੰਦੇ ਸਨ। ਸੋ ਇਸ ਕੁਲ ਨੂੰ ਸ਼ੁਰੂ ਤੋਂ ਧਰਮੀ ਮੰਨਿਆ ਜਾਂਦਾ ਸੀ। ਜਿਨ ਮੈਂ ਨਾਨਕ ਜਨਮ ਲਿਓ ਧਾਰੀ। ਜਿਸ ਕੁਲ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਖੁਦ ਖੁਦਾ ਨੇ ਅਵਤਾਰ ਧਾਰਿਆ। ਸਤਜੁਗ ਮੈਂ ਜੋ ਜੋਗ ਥਾਪਿਓ। ਸੋ ਇਹ ਹੁਣ ਭਾਈ ਰਤਨ ਸਿੰਘ ਭੰਗੂ ਦੱਸਦੇ ਨੇ ਮਰੀ ਕਪਤਾਨ ਨੂੰ ਕਿ ਪਹਿਲਾਂ ਵੀ ਅਵਤਾਰ ਆਏ, ਜਿਸ ਤਰ੍ਹਾਂ ਸਤਜੁਗ ਦੇ ਵਿੱਚ, ਤ੍ਰੇਤੇ ਦੇ ਵਿੱਚ, ਦੁਆਪਰ ਦੇ ਵਿੱਚ। ਸੋ ਹੁਣ ਭਾਈ ਰਤਨ ਸਿੰਘ ਭੰਗੂ ਸਤਜੁਗ ਦੇ ਬਾਰੇ ਦੱਸਦੇ ਹਨ। ਜੇ ਮਦ ਜਨਮ ਸੋ ਨਰ ਸਿੰਘ ਲਿਓ। ਕਿ ਕਿਸ ਤਰ੍ਹਾਂ ਸਤਜੁਗ ਦੇ ਵਿੱਚ ਨਰ ਸਿੰਘ ਨੇ ਅਵਤਾਰ ਧਾਰਿਆ ਤੇ ਆਪਣੇ ਭਗਤ ਦੀ ਲਾਜ ਰੱਖੀ ਸੀ। ਸਮੇਂ ਸਮੇਂ ਸਿਰ ਜਦੋਂ
ਧਰਮ ਘਟਦਾ ਹੈ, ਅਧਰਮ ਵੱਧਦਾ ਹੈ, ਪਾਪ ਫੈਲਦਾ ਹੈ ਤੇ ਕੋਈ ਨਾ ਕੋਈ ਰੱਬੀ ਪੁਰਸ਼ ਅਵਤਾਰ ਧਾਰਦਾ। ਨਰਸਿੰਘ ਬਾਰੇ ਆਪਾਂ ਰੋਜ਼ਾਨਾ ਰਹਿਰਾਸ ਸਾਹਿਬ ਵਿੱਚ ਵੀ ਪੜ੍ਹਦੇ ਹਾਂ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆ ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਕਿ ਰੱਬ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੰਕਾਰੀਆਂ ਨੂੰ, ਨਿੰਦਕਾਂ ਨੂੰ, ਪਾਪੀਆਂ ਵੱਲ ਪਿੱਠ ਕਰਕੇ ਆਪਣੇ ਭਗਤ ਦੀ ਜੈ ਜੈਕਾਰ ਕਰਦਾ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ, ਭਾਰਤ ਦੇਸ਼ ਦੀ ਧਰਤੀ ਤੇ ਜੁਗਾਂ ਜੁਗਾਂ ਤੋਂ ਰੱਬੀ ਪੁਰਸ਼ ਅਵਤਾਰ ਧਾਰਦੇ ਰਹੇ ਹਨ। ਓ ਤ੍ਰੇਤੇ ਮੈਂ ਜੋਗ ਪਿਓ ਜੋ, ਤੇ ਤ੍ਰੇਤੇ ਯੁੱਗ ਦੇ ਵਿੱਚ ਵੀ ਇੱਕ ਮਹਾਨ ਅਵਤਾਰ ਭਾਰਤ ਦੀ ਧਰਤੀ ਤੇ ਆਇਆ। ਰਾਮ ਜਨਮ ਮਦ ਧਾਰਿਓ ਸੋ, ਜਿਨ੍ਹਾਂ ਦਾ ਨਾਮ ਹੋਇਆ ਸ਼੍ਰੀ ਰਾਮ ਚੰਦਰ। ਸ਼੍ਰੀ ਰਾਮ ਚੰਦਰ ਰੱਬੀ ਪੁਰਸ਼ ਅਵਤਾਰ, ਉਹ ਵੀ ਤ੍ਰੇਤੇ ਯੁੱਗ ਦੇ ਵਿੱਚ ਆਏ। ਦੁਆਪਰ ਜਨਮ ਜੋ ਕ੍ਰਿਸ਼ਨ ਜੋਗ ਸਿੱਧ, ਦੁਆਪਰ ਯੁੱਗ ਦੇ ਵਿੱਚ ਰੱਬੀ ਅਵਤਾਰ ਹੋਏ ਕ੍ਰਿਸ਼ਨ, ਜਿਨ੍ਹਾਂ ਦਾ ਨਾਮ ਸੀ, ਉਹ ਵੀ ਇਸ ਭਾਰਤ ਦੀ ਧਰਤੀ ਤੇ ਆਏ। ਉਹਨਾਂ ਦਾ ਵੀ ਪ੍ਰਕਾਸ਼ ਹੋਇਆ। ਨਾਨਕ ਜਨਮ ਕੁਲ ਮਿਲੀ ਸੋ ਵਿਦ, ਸੋ ਪਹਿਲਾਂ ਵੀ ਦੇਵੀ ਦੇਵਤੇ, ਓਲੀਏ ਅਵਤਾਰ, ਗੰਧਰਵ ਫਰਿਸ਼ਤੇ ਆਉਂਦੇ ਰਹੇ। ਪਰ ਹੁਣ ਸੰਸਾਰ ਦੇ ਤਖਤੇ ਤੇ ਰੱਬ ਆਪ ਆਇਆ, ਖੁਦਾ ਆਪ ਆਇਆ, ਪ੍ਰਮਾਤਮਾ ਆਪ ਆਇਆ। ਕਈ ਵਾਰ ਖਾਲਸਾ ਜੀ ਸਾਡੇ ਵੀ ਮਨ ਦੇ ਵਿੱਚ ਨਾਮ ਸੁਣ ਕਰਕੇ ਕਿਤੇ ਨਾ ਕਿਤੇ ਈਰਖਾ ਆ ਜਾਂਦੀ ਹੈ। ਪਰ ਮੈਂ ਬੇਨਤੀ ਕਰਾਂ, ਇੱਕ ਸਮੁੰਦਰ ਹੁੰਦਾ, ਇੱਕ ਦਰਿਆ ਹੁੰਦੇ ਨੇ। ਸਮੁੰਦਰਾਂ ਦੇ ਵਿੱਚ ਦਰਿਆ ਮਿਲ ਜਾਂਦੇ ਨੇ। ਸੋ ਇਸ ਤਰ੍ਹਾਂ ਦਰਿਆ ਵੀ ਆਉਂਦੇ ਨੇ ਤੇ ਜੀਵਨ ਦੇ ਵਿੱਚ ਸਮੁੰਦਰ ਵੀ ਆਉਂਦਾ ਹੈ। ਤੇ ਬਾਬਾ ਨਾਨਕ ਬਸ ਉਹ ਸਮੁੰਦਰ ਹੈ ਰਹਿਮਤਾਂ ਦਾ ਭਰਿਆ, ਜਿਹੜਾ ਇਸ ਸਮੁੰਦਰ ਵੱਲ ਵੱਧਦਾ ਹੈ, ਉਹ ਰਹਿਮਤਾਂ ਦੇ ਨਾਲ, ਬਖਸ਼ਿਸ਼ਾਂ ਦੇ ਨਾਲ ਉਹਦਾ ਜੀਵਨ ਭਰ ਜਾਂਦਾ ਹੈ। ਸੋ ਹੁਣ ਕਲਯੁਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਤਖਤੇ ਤੇ ਬੇਦੀਆਂ ਦੀ ਕੁਲ ਦੇ ਵਿੱਚ ਪ੍ਰਗਟ ਹੋਏ। ਪਿਤਾ ਨਾਮ ਥੋ ਕਾਲੂ ਦਾਸ, ਸੋ ਜਿਨ੍ਹਾਂ ਦੇ ਪਿਤਾ ਦਾ ਨਾਮ ਸੀ ਮਹਿਤਾ ਕਾਲੂ। ਕਈ ਵਿਦਵਾਨਾਂ ਨੇ ਕਲਿਆਣ ਚੰਦ ਵੀ ਨਾਮ ਲਿਖਿਆ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹਨਾਂ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਸੀ। ਮਾਤਾ ਨਾਮ ਥੋ ਤ੍ਰਿਪਤੋ ਦਾਸ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮਾਤਾ ਜੀ ਦਾ ਨਾਮ ਹੈ ਮਾਤਾ ਤ੍ਰਿਪਤਾ ਜੀ। ਖਾਲਸਾ ਜੀ ਕਹਿੰਦੇ ਜਿਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ, ਤੇ ਮਾਤਾ ਤ੍ਰਿਪਤਾ ਜੀ ਦਾ ਨਾਮ ਤ੍ਰਿਪਤਾ ਬਚਪਨ ਤੋਂ ਹੀ, ਜਨਮ ਤੋਂ ਹੀ ਮਾਤਾ ਪਿਤਾ ਨੇ ਰੱਖਿਆ ਸੀ। ਪਰ ਜਦੋਂ ਗੁਰੂ ਨਾਨਕ ਸਾਹਿਬ ਦੇ ਪ੍ਰਤਾਪੀ ਚਿਹਰੇ ਦੇ ਦਰਸ਼ਨ ਕੀਤੇ ਨਾ, ਕਹਿੰਦੇ ਜਿਸ ਵਕਤ ਜਿਸ ਕਮਰੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਉੱਥੇ 8 ਮੂੰਹਾਂ ਵਾਲੇ ਵੱਡੇ 8 ਦੀਵੇ ਪ੍ਰਕਾਸ਼ਮਾਨ ਸਨ। ਪੁਰਾਣੇ ਸਮਿਆਂ ਵਿੱਚ ਆਪ ਸਾਰੇ ਜਾਣਦੇ ਹੋ, ਦੀਵੇ ਜਗਾਏ ਜਾਂਦੇ ਸੀ ਰੋਸ਼ਨੀ ਵਾਸਤੇ। ਕਹਿੰਦੇ ਅਸ਼ਟ ਦੀਪ ਦੀਪਤ ਗ੍ਰਹਿ ਜਾਨੋ, ਬਲ ਛਟ ਗਈ ਬਾਲ ਰਵ ਮਾਨੋ। ਕਹਿੰਦੇ 8 ਦੀਵੇ ਬਲ ਰਹੇ ਸਨ। ਪਰ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਸਤਿਗੁਰੂ ਦੇ ਚਿਹਰੇ ਤੇ ਇੰਨਾ ਜਲਾਲ ਸੀ, ਪ੍ਰਤਾਪ ਸੀ ਕਿ ਉਹਨਾਂ 8 ਦੀਵਿਆਂ ਦਾ ਪ੍ਰਕਾਸ਼ ਵੀ ਫਿੱਕਾ ਪੈ ਗਿਆ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਸਾਹਮਣੇ ਲੱਖਾਂ ਸੂਰਜਾਂ ਦਾ ਪ੍ਰਕਾਸ਼ ਫਿੱਕਾ ਪੈ ਗਿਆ, ਲੱਖਾਂ ਚੰਦਰਮਾ ਦਾ ਪ੍ਰਕਾਸ਼ ਫਿੱਕਾ ਪੈ ਗਿਆ। ਇੰਨਾ ਤੇਜ ਸੀ ਬਾਬੇ ਨਾਨਕ ਦੇ ਚਿਹਰੇ ਤੇ ਗੁਰੂ ਨਾਨਕ ਸਾਹਿਬ ਦੇ ਚਿਹਰੇ ਦੇ ਤੇਜ ਨੂੰ ਵੇਖ ਕੇ ਮਾਤਾ ਤ੍ਰਿਪਤਾ ਜੀ ਦੀ ਅੰਤਰ ਆਤਮਾ ਕਹਿ ਉੱਠੀ ਕਿ ਤ੍ਰਿਪਤਾ ਤ੍ਰਿਪਤਾ। ਲੋਕ ਸਦੀਆਂ ਤੋਂ ਸੱਦਦੇ ਸੀ, ਕਈ ਸਾਲਾਂ ਤੋਂ ਸੱਦਦੇ ਸੀ, ਪਰ ਅੱਜ ਇਸ ਬਾਲਕ ਦੇ ਦਰਸ਼ਨ ਕਰਕੇ ਸੱਚਮੁੱਚ ਅੰਦਰੋਂ ਤ੍ਰਿਪਤ ਹੋ ਗਈ। ਖਾਲਸਾ ਜੀ ਸੱਚ ਹੈ, ਜਿਹੜਾ ਅੱਜ ਵੀ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਚੋਂ ਗੁਰੂ ਨਾਨਕ ਦੇ ਦੀਦਾਰੇ ਕਰ ਲੈਂਦਾ ਹੈ, ਉਹ ਅੱਜ ਵੀ ਤ੍ਰਿਪਤ ਹੋ ਜਾਂਦਾ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਤੀ ਸਤਿਕਾਰਯੋਗ ਪਿਤਾ ਜੀ, ਪਿਤਾ ਮਹਿਤਾ ਕਾਲੂ ਜੀ, ਤੇ ਅਤੀ ਸਤਿਕਾਰਯੋਗ ਉਹ ਧੰਨ ਮਾਂ ਜਿਨ੍ਹਾਂ ਦੀ ਕੁੱਖ ਨੂੰ ਭਾਗ ਲਾਏ ਪ੍ਰਮਾਤਮਾ ਨੇ ਆਪ ਪ੍ਰਗਟ ਹੋ ਕਰਕੇ ਮਾਤਾ ਤ੍ਰਿਪਤਾ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਮਾਤਾ ਜੀ ਦਾ ਨਾਮ ਹੈ। ਦੋਹਰਾ ਧਰਮ ਮਾਏ ਹੋਵਤ ਕਣੇ, ਤਨ ਮੈਂ ਬੇਕਿਛ ਊਨ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਮਾਤਾ ਪਿਤਾ ਅਤ ਧਰਮੀ ਨੇ, ਅਤ ਜਪ ਤਪ ਵਾਲੇ ਨੇ। ਧਨ ਭਾਵੇਂ ਉਹਨਾਂ ਕੋਲ ਥੋੜਾ ਹੋਵੇ, ਸੰਸਾਰ ਦੀ ਦੌਲਤ ਘੱਟ ਹੋਵੇ, ਪਰ ਧਰਮ ਉਹਨਾਂ ਕੋਲ ਬਹੁਤ ਵੱਡੀ ਗਿਣਤੀ ਵਿੱਚ ਹੈ।
ਮਾਤਾ ਪਿਤਾ ਬੰਦਗੀ ਵਾਲੇ ਹੋਣ, ਭਗਤੀ ਵਾਲੇ ਹੋਣ, ਤਾਂ ਹੀ ਬੱਚੇ ਅੱਗੋਂ ਧਰਮੀ ਜਨਮ ਲੈਂਦੇ ਨੇ। ਖਾਲਸਾ ਜੀ, ਜੇ ਮਾਤਾ ਪਿਤਾ ਗੁਰੂ ਨਾਨਕ ਦਾ ਕਹਿਣਾ ਮੰਨਣ ਵਾਲੇ ਹੋਣ ਤੇ ਅੱਗੋਂ ਬੱਚੇ ਵੀ ਫਿਰ ਗੁਰੂ ਨਾਨਕ ਦਾ ਕਹਿਣਾ ਮੰਨਣ ਵਾਲੇ ਹੋਣਗੇ। ਮੈਂ ਅਕਸਰ ਬੇਨਤੀ ਕਰਦਾ, ਕਈ ਵਾਰ ਸਾਨੂੰ ਪ੍ਰਸ਼ਨ ਆਉਂਦੇ ਨੇ ਕਿ ਬੱਚੇ ਕਹਿਣਾ ਨਹੀਂ ਮੰਨਦੇ, ਆਖੇ ਨਹੀਂ ਲੱਗਦੇ। ਮੈਂ ਬੇਨਤੀ ਕਰਾਂ, ਮਾਪਿਓ ਬਾਬੇ ਨਾਨਕ ਦੇ ਆਖੇ ਲੱਗਣ ਲੱਗ ਜਾਣ, ਮਾਤਾ ਪਿਤਾ ਗੁਰੂ ਨਾਨਕ ਦਾ ਕਹਿਣਾ ਮੰਨਣ ਲੱਗ ਜਾਣ, ਬੱਚੇ ਮਾਪਿਓ ਦਾ ਕਹਿਣਾ ਮੰਨਣ ਲੱਗ ਜਾਣਗੇ। ਸੋ ਜਿਹੜੇ ਮਾਤਾ ਪਿਤਾ ਬੰਦਗੀ ਵਾਲੇ, ਜਪ ਤਪ ਵਾਲੇ ਹੁੰਦੇ ਨੇ, ਉਹਨਾਂ ਦੇ ਘਰ ਦੇ ਵਿੱਚ ਖਾਲਸਾ ਜੀ ਰੱਬੀ ਰੂਹਾਂ, ਦੇਵੀ ਰੂਹਾਂ, ਉਹਨਾਂ ਦਾ ਆਗਾਜ਼ ਹੁੰਦਾ ਹੈ। ਭਾਈ ਰਤਨ ਸਿੰਘ ਭੰਗੂ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਮਾਤਾ ਪਿਤਾ ਉਹ ਅਤ ਧਰਮੀ ਨੇ, ਜਪ ਤਪ ਵਾਲੇ ਨੇ, ਬੰਦਗੀ ਵਾਲੇ ਨੇ। ਕਿਛ ਕੁਲ ਕੋ ਕੁਛ ਉਨੈ ਕੋ ਆਏ ਪ੍ਰਗਟਿਓ ਵੱਡ ਪੂਨ। ਸੋ ਉਹਨਾਂ ਦੀ ਕੁਲ ਧਨ ਧਨ ਕਰ ਦਿੱਤੀ, ਧਨਤਾ ਜੋਗ ਕਰ ਦਿੱਤੀ, ਬੇਦੀਆਂ ਦੀ ਕੁਲ, ਜਿਸ ਕੁਲ ਦੇ ਵਿੱਚ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਆਗਾਜ਼ ਹੋਇਆ। ਖਾਲਸਾ ਜੀ, ਸੋ ਅੱਜ ਦੇ ਪ੍ਰਸੰਗ ਵਿੱਚ ਸਰਵਣ ਕੀਤਾ ਕਿਸ ਤਰ੍ਹਾਂ ਮਰੀ ਕਪਤਾਨ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਾ ਆਗਮਨ ਦਾ ਪ੍ਰਸੰਗ ਭਾਈ ਰਤਨ ਸਿੰਘ ਭੰਗੂ ਜੀ ਦੱਸਦੇ ਨੇ। ਆਉਣ ਵਾਲੇ ਦਿਨਾਂ ਵਿੱਚ ਹੋਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਵਡਿਆਈ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸਿਫਤ ਸਲਾਹ ਆਪਾਂ ਸਰਵਣ ਕਰਾਂਗੇ। ਵਿਚਾਰ ਕਰਦੇ ਅਨੇਕਾਂ ਭੁੱਲਾਂ ਚੁੱਕਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ, ਅਸੀਸ ਬਖਸ਼ਣੀ, ਅਰਦਾਸ ਕਰਨੀ, ਸੁਣਿਆ ਸੁਣਾਇਆ ਆਪਾਂ ਸਾਰੇ ਆਪਣੇ ਜੀਵਨ ਦੇ ਵਿੱਚ ਕਮਾ ਸਕੀਏ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਇਸ ਇਤਿਹਾਸ ਦੀ ਲੜੀਵਾਰ ਕਥਾ ਦੇ ਵਿੱਚ ਆਪ ਸਭ ਸੰਗਤ ਤੋਂ, ਦਾਸਰਿਆਂ ਤੋਂ ਹਾਜ਼ਰੀਆਂ ਭਰਵਾਉਂਦੇ ਰਹਿਣ। ਆਓ ਅਖੀਰ ਦੇ ਵਿੱਚ ਸ਼ਬਦ ਦਾ ਜਾਪ ਕਰਕੇ ਖਿਮਾ ਦੇ ਜਾਚਕ ਹੋਈਏ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਇੱਕ ਵਾਰ ਸਾਰੇ ਰਸਨਾ ਪਵਿੱਤਰ ਕਰੋ, ਪ੍ਰੇਮ ਦੇ ਨਾਲ ਆਵਾਜ਼ਾਂ ਲਾਓ, ਸਾਰੇ ਜਾਪ ਕਰੀਏ ਜੀ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਕੇ ਸਦਾ ਸੰਗ ਨਿਧਾਰਾ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।